ਸੰਗਰੂਰ ਲਾਈਵ ਦੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਮੇਰਾ ਨਾਮ ਡਾਕਟਰ ਪ੍ਰੀਤੀ ਜਿੰਦਲ ਹੈ ਤੇ ਮੈਂ ਅਮਰ ਹਸਪੀਟਲ ਦੇ ਵਿੱਚ ਐਜ਼ ਅ ਕੰਸਲਟੈਂਟ ਗਾਇਨੋਕੋਲੋਜਿਸਟ ਐਂਡ ਇਨਫਰਟੀਲਿਟੀ ਐਂਡ ਆਈਵੀ ਸਪੈਸ਼ਲਿਸਟ ਬਤੌਰ ਕੰਮ ਕਰ ਰਹੀ ਹਾਂ। ਮੇਰੀ ਜਾਣਕਾਰੀ ਉਹਨਾਂ ਕਪਲਸ ਲਈ ਹੈ ਜਿਨ੍ਹਾਂ ਨੂੰ ਬਾਂਝਪਨ ਦੀ ਪ੍ਰੋਬਲਮ ਹੈ। ਜਦੋਂ ਇੱਕ ਬਾਂਝਪਨ ਦੀ ਪ੍ਰੋਬਲਮ ਵਾਲਾ ਕਪਲ ਡਾਕਟਰ ਕੋਲ ਇਲਾਜ ਲਈ ਜਾਂਦਾ ਹੈ ਤਾਂ ਡਾਕਟਰ ਉਸਦੇ ਬਹੁਤ ਸਾਰੇ ਟੈਸਟ ਕਰਵਾਉਂਦੇ ਹਨ। ਡਿਊਰਿੰਗ ਇਨਵੈਸਟੀਗੇਸ਼ਨਸ ਇਹ ਪਤਾ ਲੱਗਦਾ ਹੈ ਕਿ ਉਹਨਾਂ ਦੇ ਜਿਹੜੀ ਰਿਜ਼ਰਵ ਹੈ ਓਵਰੀ ਦਾ ਉਹ ਲੋ ਹੋ ਚੁੱਕਿਆ, ਮਤਲਬ ਉਹਨੂੰ ਲੋ ਓਵੇਰੀਅਨ ਰਿਜ਼ਰਵ ਹੈ ਤੇ ਜਿਸ ਦੇ ਕਰਕੇ ਉਸਨੂੰ ਪ੍ਰੈਗਨੈਂਸੀ ਹੋਣ 'ਚ ਦਿੱਕਤ ਆ ਰਹੀ ਹੈ। ਕਈ ਵਾਰੀ ਕਪਲ ਜਦੋਂ ਇਹ ਚੀਜ਼ ਸੁਣਦੇ ਹਨ ਕਿ ਸਾਨੂੰ ਲੋ ਓਵੇਰੀਅਨ ਰਿਜ਼ਰਵ ਹੈ ਤਾਂ ਉਹ ਪੈਨਿਕ ਹੋ ਜਾਂਦੇ ਹਨ ਕਿ ਪਤਾ ਨਹੀਂ ਕੀ ਹੋ ਗਿਆ, ਅੰਡਿਆਂ ਦੇ ਵਿੱਚ ਕਮੀ ਆ ਗਈ ਹੈ, ਹੁਣ ਸਾਨੂੰ ਪ੍ਰੈਗਨੈਂਸੀ ਕਿੱਦਾਂ ਹੋਏਗੀ, ਹੁਣ ਸਾਨੂੰ ਸਿੱਧਾ ਆਈਵੀਐਫ ਕਰਵਾਉਣਾ ਪਏਗਾ ਜਾਂ ਉਹਦੇ ਵਿੱਚ ਸਾਨੂੰ ਡੋਨਰ ਐਗ ਲੈਣਾ ਪਏਗਾ। ਇਹ ਸਾਰੇ ਸਵਾਲ ਪੇਸ਼ੈਂਟ ਦੇ ਮਨ ਦੇ ਵਿੱਚ ਚੱਲ ਰਹੇ ਹਨ। ਅੱਜ ਆਪਾਂ ਇਹ ਸਾਰੀ ਜਾਣਕਾਰੀ ਇਹਨਾਂ ਹੀ ਸਵਾਲਾਂ ਨੂੰ ਜਵਾਬ ਦੇਣ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਤਾਂ ਕਿ ਤੁਹਾਨੂੰ ਕਲੀਅਰ ਹੋ ਸਕੇ ਕਿ ਇਹ ਪ੍ਰੋਬਲਮ ਹੈ ਕਿ ਨਹੀਂ ਅਤੇ ਇਸਦੇ ਕੀ ਕਾਰਨ ਹਨ ਅਤੇ ਕੀ ਇਸਦਾ ਇਲਾਜ ਹੈ ਅਤੇ ਇਸਦੇ ਹੋਰ ਵੀ ਕੀ ਸਿੰਪਟਮਸ ਹਨ। मैम पहले तो लो ओवेरियन रिजर्व है कि ਇਹਦਾ ਕਾਰਨ ਕੀ ਹੈ, ਕਿਉਂ ਇਹ ਪਰੇਸ਼ਾਨੀ ਪੇਸ਼ੈਂਟ ਨੂੰ ਆਉਂਦੀ ਹੈਗੀ, ਪਹਿਲਾਂ ਤਾਂ ਇਸ ਦੇ ਬਾਰੇ ਜਾਣਨਾ ਚਾਹਾਂਗੇ। ਇਸ ਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਵੇ ਕਿ ਓਵੇਰੀਅਨ ਰਿਜ਼ਰਵ ਦਾ ਮਤਲਬ ਕੀ ਹੈ। ਓਵੇਰੀਅਨ ਰਿਜ਼ਰਵ ਦਾ ਮਤਲਬ ਹੈ ਕਿ ਟੋਟਲ ਨੰਬਰ ਆਫ ਐਗਸ ਇਨ ਬੋਥ ਦਾ ਓਵਰੀਜ਼ ਆਫ ਅ ਫੀਮੇਲ ਐਟ ਅ ਸਪੈਸੀਫਿਕ ਏਜ। ਮਤਲਬ ਇੱਕ ਫੀਮੇਲ ਦੀ ਇੱਕ ਪਰਟੀਕੂਲਰ ਏਜ 'ਤੇ ਉਹਦੀ ਜਿਹੜੀ ਦੋਨੋਂ ਓਵਰੀਜ਼ ਹੈ ਉਹਨਾਂ ਟੋਟਲ ਨੰਬਰ ਆਫ ਐਗਸ ਕਿੰਨੇ ਹਨ, ਇਸ ਦਾ ਕਾਊਂਟ ਜਿਹੜਾ ਅਸੀਂ ਕਾਊਂਟ ਕਰਦੇ ਹਾਂ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਓਵੇਰੀਅਨ ਰਿਜ਼ਰਵ। ਹੁਣ ਜਦੋਂ ਇਹ ਰਿਜ਼ਰਵ ਹੈ, ਨੋਰਮਲ ਰਿਜ਼ਰਵ ਦਾ ਮਤਲਬ ਹੈ ਕਿ ਜਿਹੜਾ ਕਾਊਂਟ ਹੈ ਇਟ ਇਜ਼ ਅਰਾਊਂਡ 10 ਲਾਈਕ 10 ਐਗਸ ਹੈਗੇ ਆ ਉਸਦੀ ਓਵਰੀ 'ਚ, ਇਹਨੂੰ ਆਪਾਂ ਨੋਰਮਲ ਕਹਿੰਦੇ ਹੈਗੇ ਆ। ਪਰ ਜਦੋਂ ਇਹ ਅਕਾਊਂਟ 10 ਤੋਂ ਘੱਟ ਜਾਂਦਾ ਹੈ, ਮਤਲਬ ਉਸ ਜਿਹੜੀ ਅੰਡੇਦਾਨੀ ਵਿੱਚ ਅੰਡਿਆਂ ਦੀ ਕਮੀ ਜਿਹੜੀ ਹੈਗੀ ਹੈ 10 ਤੋਂ ਘੱਟ ਜਾਂਦੀ ਹੈਗੀ ਹੈ, ਇਸ ਨੂੰ ਆਪਾਂ ਕਹਿੰਦੇ ਹੈਗੇ ਲੋ ਓਵੇਰੀਅਨ ਰਿਜ਼ਰਵ, ਜਿਸ ਨੂੰ ਅਸੀਂ ਫਿਰ ਅੱਗੇ ਬਲੱਡ ਟੈਸਟ ਦੇ ਨਾਲ ਕਨਫਰਮ ਵੀ ਕਰਦੇ ਹਾਂ, ਜਿਹੜਾ ਕਿ ਸਭ ਤੋਂ ਸਪੈਸੀਫਿਕ ਟੈਸਟ ਹੈਗਾ AMH ਦੈਟ ਇਜ਼ ਐਂਟੀ ਮੁਲੇਰੀਨ ਹਾਰਮੋਨ। ਅਤੇ ਜਿਹੜੇ ਪੇਸ਼ੈਂਟ ਨੂੰ ਲੋ ਓਵੇਰੀਅਨ ਰਿਜ਼ਰਵ ਹੈ ਉਸਦਾ AMH ਵੀ ਲੋ ਆਉਂਦਾ ਹੈ ਤਾਂ ਉਸਦੇ ਅਕੋਰਡਿੰਗਲੀ ਹੀ ਉਸਦਾ ਫਿਰ ਅੱਗੇ ਸਪੈਸੀਫਿਕ ਇਲਾਜ ਹੁੰਦਾ ਹੈ। ਹੁਣ ਇਸ ਦੇ ਮੈਮ ਕਾਰਨ ਕੀ ਨੇ, ਕਿਉਂ ਇਹ ਅੰਡਿਆਂ ਦੇ ਵਿੱਚ ਕਮੀ ਆਉਂਦੀ ਹੈ? ਜਿਹੜਾ ਇਹ ਲੋ ਓਵੇਰੀਅਨ ਰਿਜ਼ਰਵ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਹੈਗਾ ਏਜ। ਇਹ ਇੱਕ ਨੈਚੁਰਲ ਚੀਜ਼ ਹੈਗੀ ਹੈ ਕਿ ਜਿਵੇਂ ਜਿਵੇਂ ਪੇਸ਼ੈਂਟ ਦੀ ਖਾਸ ਕਰ ਲੇਡੀਜ਼ ਦੀ ਏਜ ਜ਼ਿਆਦਾ ਹੁੰਦੀ ਹੈ, ਉਹਦੀ ਏਜ ਵੱਧਦੀ ਹੈ ਤਾਂ ਉਵੇਂ ਉਵੇਂ ਉਸਦੀ ਜਿਹੜੀ ਅੰਡਿਆਂ ਦੇ ਵਿੱਚ ਕਮੀ ਹੈਗੀ ਇਹ ਨੈਚੁਰਲੀ ਹਰ ਲੇਡੀ ਦੇ ਵਿੱਚ ਆਉਣੀ ਹੀ ਆਉਣੀ ਹੈ। ਪਰ ਕਿਸੇ ਕਿਸੇ ਲੇਡੀ ਦੇ ਵਿੱਚ ਇਹ ਜਿਹੜੀ ਕਮੀ ਹੈਗੀ ਉਹ ਜਲਦੀ ਵੀ ਆ ਜਾਂਦੀ ਹੈਗੀ ਹੈ ਤਾਂ ਉਦੋਂ ਉਸ ਨੂੰ ਇਹ ਪ੍ਰੋਬਲਮ ਹੋ ਸਕਦੀ ਹੈਗੀ ਹੈ। ਇਸ ਨੂੰ ਸਿੰਪਲ ਤੌਰ 'ਤੇ ਜੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਇਹ ਇੱਕ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਇੱਕ ਫੀਮੇਲ ਹਜੇ ਉਹਦਾ ਬਰਥ ਵੀ ਨਹੀਂ ਹੋਇਆ ਹੁੰਦਾ, ਜਦੋਂ ਉਹ ਮਾਤਾ ਦੇ ਗਰਭ ਦੇ ਵਿੱਚ ਹੁੰਦੀ ਹੈ ਉਦੋਂ ਹੀ ਉਹਦੀ ਜਿਹੜੀ ਓਵਰੀਜ਼ ਦਾ ਨੰਬਰ ਆਫ ਐਗਸ ਡਿਸਾਈਡ ਹੋ ਜਾਂਦਾ ਹੈਗਾ। ਉਦੋਂ ਇਹ ਨੰਬਰ ਆਫ ਐਗਸ ਜਿਹੜਾ ਹੁੰਦਾ ਬਿਫੋਰ ਬਰਥ ਇਟ ਇਜ਼ ਅਰਾਊਂਡ 6 to 7 ਮਿਲੀਅਨ ਕਾਊਂਟ ਜਿਹੜਾ ਅੰਡੇ ਦਾ ਕਾਊਂਟ ਹੁੰਦਾ ਹੈ। ਅਤੇ ਜਦੋਂ ਉਹਦਾ ਬਰਥ ਹੁੰਦਾ ਹੈਗਾ ਤਾਂ ਉਦੋਂ ਇਹ ਕਾਊਂਟ ਘੱਟ ਕੇ 1 to 2 ਮਿਲੀਅਨ ਰਹਿ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਉਹਨੂੰ ਮਾਹਵਾਰੀ ਸ਼ੁਰੂ ਹੁੰਦੀ ਹੈਗੀ ਤਾਂ ਇਹ ਕਾਊਂਟ ਅਰਾਊਂਡ 3 to 4 ਲੱਖ ਹੁੰਦਾ ਹੈ। ਉਸ ਤੋਂ ਬਾਅਦ ਮਿਨੋਪੌਜ਼ ਆਉਂਦੇ ਇਹ ਜਿਹੜਾ ਕਾਊਂਟ ਹੈਗਾ 1000 ਰਹਿ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਕਾਊਂਟ ਹੈਗਾ ਇਹ ਵਿਦ ਏਜ ਨੈਚੁਰਲੀ ਘੱਟ ਹੀ ਰਿਹਾ ਹੈ। ਇਸ ਨੂੰ ਅਸੀਂ ਕਹਿੰਦੇ ਹੈਗੇ ਆ ਏਜ ਰਿਲੇਟਿਡ ਡਿਕਲਾਈਨ ਇਨ ਦਾ ਫਰਟੀਲਿਟੀ, ਮਤਲਬ ਜਿਹੜਾ ਕਿ ਨੈਚੁਰਲੀ ਹਰ ਪੇਸ਼ੈਂਟ ਦੇ ਨਾਲ ਹੋਣਾ ਹੈਗਾ। ਹੁਣ ਜਿਹੜੇ ਪੇਸ਼ੈਂਟ ਦੀ ਏਜ ਆਲਰੇਡੀ 40 ਜਾਂ 45 ਪਲੱਸ ਹੋ ਚੁੱਕੀ ਹੈਗੀ ਹੈ, ਮੋਸਟਲੀ ਪੇਸ਼ੈਂਟ ਉਸ ਟਾਈਮ ਕਨਸੀਵ ਕਰ ਚੁੱਕੇ ਹਨ, ਪ੍ਰੈਗਨੈਂਸੀ ਕਨਸੀਵ ਹੋ ਚੁੱਕੀ ਹੁੰਦੀ ਹੈਗੀ ਹੈ, ਫੈਮਿਲੀ ਕੰਪਲੀਟ ਹੋ ਚੁੱਕੀ ਹੁੰਦੀ ਹੈ ਤਾਂ ਉਹਨਾਂ ਦਾ ਲੋ ਓਵੇਰੀਅਨ ਰਿਜ਼ਰਵ ਨੈਚੁਰਲ ਹੈ ਤਾਂ ਉਹਨਾਂ ਨੂੰ ਕੋਈ ਦਿੱਕਤ ਵੀ ਨਹੀਂ ਆਉਂਦੀ। ਪਰ ਜੇ ਇਹੀ ਚੀਜ਼ ਯੰਗ ਕਪਲਸ ਦੇ ਵਿੱਚ ਹੋ ਰਹੀ ਹੈ, ਜਿਹੜੇ ਪੇਸ਼ੈਂਟ ਦੀ ਹਜੇ ਏਜ 30 ਹੈ, ਜਿਸਨੇ ਹਜੇ ਕਨਸੀਵ ਵੀ ਨਹੀਂ ਕੀਤਾ ਹੈਗਾ, ਤਾਂ ਉਸਦੇ ਲਈ ਪ੍ਰੋਬਲਮ ਹੋ ਸਕਦੀ ਹੈਗੀ ਹੈ। ਤਾਂ ਜਿਹੜਾ ਆਪਣਾ ਏਜ ਇੱਕ ਬਹੁਤ ਵੱਡਾ ਫੈਕਟਰ ਹੈ ਡਿਸਾਈਡ ਕਰਨ ਵਾਸਤੇ ਕਿ ਹਾਂਜੀ ਇਸ ਪੇਸ਼ੈਂਟ ਨੂੰ ਇਹ ਪ੍ਰੋਬਲਮ ਹੋ ਰਹੀ ਹੈ ਜਾਂ ਨਹੀਂ ਹੋ ਸਕਦੀ ਹੈਗੀ ਹੈ। ਇਸ ਦਾ ਦੂਸਰਾ ਵੱਡਾ ਕਾਰਨ ਹੈਗਾ ਫੈਮਿਲੀ ਹਿਸਟਰੀ। ਅਗਰ ਕਿਸੇ ਪੇਸ਼ੈਂਟ ਦੀ ਫੈਮਿਲੀ ਹਿਸਟਰੀ ਹੈਗੀ ਹੈ ਕਿ ਉਸਦੀ ਮਦਰ ਨੂੰ ਮਿਨੋਪੌਜ਼ ਜਲਦੀ ਆਇਆ ਤਾਂ ਉਸ ਪੇਸ਼ੈਂਟ ਨੂੰ ਵੀ ਜਿਹੜਾ ਮਿਨੋਪੌਜ਼ ਜਲਦੀ ਆ ਸਕਦਾ, ਮਤਲਬ ਉਸ ਨੂੰ ਵੀ ਜਿਹੜਾ ਲੋ ਓਵੇਰੀਅਨ ਰਿਜ਼ਰਵ ਦੀ ਪ੍ਰੋਬਲਮ ਹੋ ਸਕਦੀ ਹੈਗੀ ਹੈ। ਇਸ ਤੋਂ ਇਲਾਵਾ ਤੀਸਰਾ ਇੰਪੋਰਟੈਂਟ ਪੁਆਇੰਟ ਹੈਗਾ ਲਾਈਫ ਸਟਾਈਲ। ਅਗਰ ਉਹ ਪੇਸ਼ੈਂਟ ਜਿਹੜਾ ਹੈ ਜ਼ਿਆਦਾ ਸਮੋਕਿੰਗ ਦੀ ਹਿਸਟਰੀ ਹੈਗੀ ਹੈ, ਐਲਕੋਹਲ ਦੀ ਹਿਸਟਰੀ ਹੈਗੀ ਹੈ, ਡਰੱਗਸ ਦੀ ਹਿਸਟਰੀ ਹੈਗੀ ਹੈ ਤਾਂ ਉਸ ਦੇ ਨਾਲ ਵੀ ਜਿਹੜਾ ਓਵੇਰੀਅਨ ਰਿਜ਼ਰਵ ਹੈਗਾ ਕਾਫੀ ਜ਼ਿਆਦਾ ਘੱਟ ਸਕਦਾ ਹੈਗਾ। ਇਸ ਤੋਂ ਬਾਅਦ ਮੈਂ ਗੱਲ ਕਰੂੰਗੀ ਓਵੇਰੀ ਡਿਸੀਜ਼ ਦੀ।
ਕਈ ਵਾਰੀ ਓਵਰੀ 'ਚ ਇਨਫੈਕਸ਼ਨ ਹੋ ਜਾਂਦੀ ਹੈਗੀ ਹੈ, ਜਿਵੇਂ ਕਿ ਟਿਊਬਰਕਲੋਸਿਸ ਹੋ ਗਿਆ ਜਾਂ ਫਿਰ ਕੋਈ ਪੈਲਵਿਕ ਇਨਫਲੇਮੇਟਰੀ ਡਿਸੀਜ਼ਸ ਹੋ ਗਏ ਜਿਹਨੂੰ PID ਕਹਿ ਦਿੰਦੇ ਹੁੰਦੇ ਆ, ਜਾਂ ਫਿਰ ਇੱਕ ਮੰਪਸ ਨਾਮ ਦੀ ਇੱਕ ਡਿਸੀਜ਼ ਹੁੰਦੀ, ਇਨਫੈਕਸ਼ਨ ਹੁੰਦੀ ਹੈ। ਜੇ ਇਹ ਇਨਫੈਕਸ਼ਨ ਓਵਰੀ ਵਿੱਚ ਹੋਈ ਹੈਗੀ ਤਾਂ ਉਹਦੇ ਨਾਲ ਵੀ ਓਵਰੀ ਦਾ ਟਿਸ਼ੂ ਜਿਹੜਾ ਨਾਰਮਲ ਟਿਸ਼ੂ ਹੈ ਉਹ ਡੈਮੇਜ ਹੋ ਸਕਦਾ ਹੈਗਾ, ਜਿਸ ਦੇ ਨਾਲ ਉਸਦੇ ਜਿਹੜੇ ਅੰਡਿਆਂ ਦੀ ਕਮੀ ਹੈ ਹੋ ਸਕਦੀ ਹੈਗੀ ਹੈ। ਇਸ ਤੋਂ ਇਲਾਵਾ ਤੁਸੀਂ ਸੁਣਿਆ ਹੋਣਾ, ਜੇ ਕਿਸੇ ਕਪਲ ਨੂੰ ਪ੍ਰੋਬਲਮ ਹੈਗੀ ਹੈ ਬਾਂਝਪਨ ਦੀ, ਇਸ ਵਨ ਮੋਰ ਰੀਜ਼ਨ ਇਜ਼ ਐਂਡੋਮੈਟ੍ਰੀਓਮਾ। ਐਂਡੋਮੈਟ੍ਰੀਓਮਾ ਮਤਲਬ ਬੇਸਿਕਲੀ ਓਵਰੀ ਦੇ ਵਿੱਚ ਇੱਕ ਖੂਨ ਦੀ ਗੰਢ ਬਣ ਜਾਂਦੀ ਹੈਗੀ ਹੈ। ਜਦੋਂ ਇਹ ਕਿਸੇ ਦੇ ਵਿੱਚ ਗੰਢ ਬਣ ਜਾਂਦੀ ਹੈਗੀ ਹੈ ਤਾਂ ਓਵਰੀ ਦਾ ਉਹ ਹਿੱਸਾ ਡੈਡ ਹੋ ਜਾਂਦਾ ਹੈ, ਉਸ ਦੇ ਵਿੱਚ ਕਾਫੀ ਜ਼ਿਆਦਾ ਅੰਡੇ ਦੀ ਕਮੀ ਆ ਸਕਦੀ ਹੈਗੀ ਹੈ। ਇਸ ਤੋਂ ਇਲਾਵਾ ਕੁਝ ਜੈਨੇਟਿਕ ਫੈਕਟਰਸ ਵੀ ਹੁੰਦੇ ਹੈਗੇ ਆ, ਬਾਈ ਬਰਥ ਹੀ ਕਿਸੇ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਉਸਦੇ ਕ੍ਰੋਮੋਸੋਮ ਲੈਵਲ 'ਤੇ, DNA ਲੈਵਲ 'ਤੇ, ਜਿਸ ਕਰਕੇ ਉਸਦੇ ਵਿੱਚ ਅੰਡੇ ਦੀ ਕਮੀ ਬਹੁਤ ਜਲਦੀ ਆ ਜਾਂਦੀ ਹੈਗੀ ਹੈ। ਅਤੇ ਐਸੇ ਕਪਲਸ ਜਿਹੜੇ ਕਿ ਬਾਈ ਬਰਥ ਹੀ ਪ੍ਰੋਬਲਮ ਹੈਗੀ ਹੈ, ਇਹਨਾਂ ਨੂੰ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਉਸ ਕਰਕੇ ਜਲਦੀ ਮੀਨੋਪੌਜ਼ ਵੀ ਬਹੁਤ ਜਲਦੀ ਆ ਜਾਂਦਾ ਹੈਗਾ। ਇਸ ਤੋਂ ਇਲਾਵਾ ਹੋਰ ਵੀ ਇੱਕ ਇੰਪੋਰਟੈਂਟ ਕਾਰਨ ਹੈ, ਉਹ ਹੈਗਾ ਕੈਂਸਰ। ਕਈ ਵਾਰੀ ਕਿਸੇ ਪੇਸ਼ੈਂਟ ਨੂੰ ਜੇ ਕੈਂਸਰ ਦੀ ਪ੍ਰੋਬਲਮ ਹੈਗੀ ਹੈ ਬਾਡੀ ਵਿੱਚ, ਤਾਂ ਉਸਨੂੰ ਕੁਝ ਡਰੱਗਸ ਦਿੱਤੀ ਜਾਂਦੀ, ਜਿਹਨੂੰ ਕੀਮੋਥੈਰੇਪੀ ਹੋ ਗਿਆ ਜਾਂ ਫਿਰ ਰੇਡੀਓਥੈਰੇਪੀ ਹੋ ਗਿਆ। ਇਹਨਾਂ ਦੇ ਨਾਲ ਵੀ ਜਿਹੜੀ ਓਵਰੀ ਦੀ ਜਿਹੜੀ ਕੰਡੀਸ਼ਨ ਹੈਗੀ ਆ ਉਹ ਖਰਾਬ ਹੋ ਸਕਦੀ ਹੈਗੀ ਅਤੇ ਉਹਦੇ ਵਿੱਚ ਅੰਡਿਆਂ ਦੀ ਕਮੀ ਆ ਸਕਦੀ ਹੈਗੀ ਹੈ। ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਓਵੇਰੀਅਨ ਰਿਜ਼ਰਵ ਲੋ ਹੋਣ ਦਾ ਪ੍ਰੋਬਲਮ, ਸਭ ਤੋਂ ਵੱਡਾ ਤਾਂ ਪ੍ਰੈਗਨੈਂਸੀ ਦੇ ਰਿਲੇਟਿਡ ਪ੍ਰੋਬਲਮਸ ਆਉਂਦੀਆਂ, ਮਤਲਬ ਪੇਸ਼ੈਂਟ ਨੂੰ ਪ੍ਰੈਗਨੈਂਸੀ ਕਨਸੀਵ ਵਿੱਚ ਦਿੱਕਤ ਆ ਸਕਦੀ ਹੈਗੀ ਹੈ। ਇਸ ਤੋਂ ਇਲਾਵਾ ਜੇ ਉਸਦਾ ਰਿਜ਼ਰਵ ਲੋ ਹੈ ਤਾਂ ਉਸਨੂੰ ਪੀਰੀਅਡਸ ਵੀ ਜਿਹੜੇ ਹੈਗੇ ਆ ਰੈਗੂਲਰ ਨਹੀਂ ਹੋ ਸਕਦੇ, ਉਸਨੂੰ ਸ਼ਾਰਟ ਸਾਈਕਲਸ ਹੋ ਸਕਦੇ ਹੈਗੇ। ਨਾਰਮਲ ਡਿਊਰੇਸ਼ਨ ਜਿਵੇਂ ਆਪਾਂ ਕਹਿ ਲਓ ਕਿ 28 ਹੈਗੀ ਹੈ ਤਾਂ ਉਸਦੀ ਜੋ ਸਾਈਕਲ ਡਿਊਰੇਸ਼ਨ 24 ਤੋਂ ਵੀ ਘੱਟ ਜਾਂਦਾ ਹੁੰਦਾ ਹੈਗਾ। ਤੀਸਰਾ ਇੰਪੋਰਟੈਂਟ ਪੁਆਇੰਟ ਹੈ ਕਿ ਲੋ ਓਵੇਰੀਅਨ ਰਿਜ਼ਰਵ ਹੋਣ ਕਰਕੇ, ਮਤਲਬ ਅੰਡਿਆਂ ਵਿੱਚ ਕਮੀ ਆਉਣ ਕਰਕੇ ਉਸਨੂੰ ਮਿਨੋਪੌਜ਼ ਜਲਦੀ ਹੋ ਸਕਦਾ ਹੈ। ਮਿਨੋਪੌਜ਼ ਮਤਲਬ ਉਹਦੀ ਮਾਹਵਾਰੀ ਜਿਹੜੀ ਹੁੰਦੀ ਹੈ ਨਾਰਮਲੀ, ਜਿਵੇਂ ਆਪਾਂ ਕਹਿੰਦੇ ਹੈਗੇ ਆ ਕਿ ਅਬਵ 50 ਤੋਂ ਬੰਦ ਹੁੰਦੀ ਹੈ, ਪਰ ਉਸਨੂੰ ਇਹ ਪ੍ਰੋਬਲਮ ਮਿਨੋਪੌਜ਼ ਦੀ ਜਲਦੀ ਵੀ ਆ ਸਕਦੀ ਹੈ। ਅਤੇ ਜੇ ਇੱਕ ਵਾਰ ਮਿਨੋਪੌਜ਼ ਹੋ ਜਾਂਦਾ ਹੈਗਾ ਤਾਂ ਉਸਦੇ ਅੰਦਰ ਜਿਹੜੇ ਹਾਰਮੋਨਸ ਦੀ ਕਮੀ ਬਹੁਤ ਜ਼ਿਆਦਾ ਹੋ ਸਕਦੀ ਹੈਗੀ ਹੈ, ਜਿਸ ਕਰਕੇ ਉਸਦੇ ਉਲਟੇ ਪ੍ਰਭਾਵ ਜਿਵੇਂ ਕਿ ਉਸਦੀ ਬੋਨ ਹੈਲਥ ਖਰਾਬ ਹੋ ਸਕਦੀ ਹੈ, ਉਸਨੂੰ ਹਾਰਟ ਡਿਸੀਜ਼ਸ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਇੱਕ ਹੋਰ ਮੈਂ ਗੱਲ ਕਰਨਾ ਚਾਹੂੰਗੀ, ਰਿਕਰੈਂਟ ਪ੍ਰੈਗਨੈਂਸੀ ਲਾਸ, ਮਤਲਬ ਜਿਹੜੇ ਪੇਸ਼ੈਂਟਸ ਦਾ ਲੋ ਓਵੇਰੀਅਨ ਰਿਜ਼ਰਵ ਹੁੰਦਾ ਹੈ, ਐਸੇ ਪੇਸ਼ੈਂਟ ਦੀ ਜਿਹੜੀ ਐਗ ਦੀ ਕੁਆਂਟੀਟੀ ਹੁੰਦੀ ਹੈਗੀ ਹੈ ਉਹਦੇ ਨਾਲ ਕੁਆਲਿਟੀ ਵੀ ਕਈ ਵਾਰ ਡਾਊਨ ਹੁੰਦੀ ਹੈ, ਜਿਸ ਕਰਕੇ ਜੇ ਉਸਨੂੰ ਪ੍ਰੈਗਨੈਂਸੀ ਵੀ ਹੋ ਰਹੀ ਹੈਗੀ ਹੈ ਤਾਂ ਉਹਦੇ ਵਿੱਚ ਚਾਂਸਿਸ ਆਫ ਅਬੋਰਸ਼ਨਸ ਆਰ ਵੈਰੀ ਹਾਈ। ਤਾਂ ਮਤਲਬ ਤੁਸੀਂ ਦੇਖ ਸਕਦੇ ਹੈਗੇ ਲੋ ਓਵੇਰੀਅਨ ਰਿਜ਼ਰਵ ਨਾਲ ਕਿੰਨੀ ਪ੍ਰੋਬਲਮਸ ਹੋ ਸਕਦੀਆਂ ਹਨ, ਅਤੇ ਇਸ ਦੇ ਅਕੋਰਡਿੰਗਲੀ ਆਪਾਂ ਉਸਦਾ ਇਲਾਜ ਵੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਜੇ ਪੇਸ਼ੈਂਟ ਕੋਈ ਬਾਂਝਪਨ ਤੋਂ ਪ੍ਰੋਬਲਮ ਹੈ, ਉਹ ਡਾਕਟਰ ਕੋਲ ਜਦੋਂ ਆਉਂਦੇ ਹਨ ਤਾਂ ਅਸੀਂ ਉਹਦੇ ਕੁਝ ਬਲੱਡ ਟੈਸਟ ਕਰਵਾਉਂਦੇ ਹਾਂ, ਕੁਝ ਅਲਟਰਾਸਾਊਂਡ ਕਰਵਾਉਂਦੇ ਹਨ। ਇਸ ਤੋਂ ਪਹਿਲਾਂ ਜਿਹੜੀ ਉਸਦੀ ਏਜ ਹੈ, ਇਟ ਇਜ਼ ਅ ਸਿੰਗਲ ਮੋਸਟ ਇੰਪੋਰਟੈਂਟ ਫੈਕਟਰ ਟੂ ਡਿਸਾਈਡ ਕਿ ਵੈਦਰ ਇਸ ਪੇਸ਼ੈਂਟ ਨੂੰ ਰਿਜ਼ਰਵ ਲੋ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਸਿੰਪਲ ਗੱਲ ਕਰਾਂ ਕਿ ਜੇ ਪੇਸ਼ੈਂਟ ਮੇਰੇ ਕੋਲ ਕਈ ਵਾਰ ਅੱਜ ਕੱਲ੍ਹ ਫੀਮੇਲਸ ਆਰ ਮੋਰ ਕਰੀਅਰ ਓਰੀਐਂਟਿਡ, ਦੇ ਆਰ ਗੈਟਿੰਗ ਮੈਰਿਡ ਲੇਟ, 35+ ਤੇ ਉਹ ਮੈਰਿਜ ਕਰਵਾ ਰਹੇ ਹਨ, ਤਾਂ ਉਸ ਤੋਂ ਬਾਅਦ ਵੀ ਫੈਮਿਲੀ ਪਲੈਨਿੰਗ ਡਿਲੇ ਹੋ ਰਹੀ ਹੈ। ਅਰਾਊਂਡ 40s ਵਿੱਚ ਆ ਕੇ ਜੇ ਆਪਾਂ ਪਲਾਨ ਕਰਨਾ ਚਾਹੀਏ, ਹੁਣ ਉਸ 40 ਦੀ ਏਜ ਵਿੱਚ ਇਟ ਇਜ਼ ਨੈਚੁਰਲ ਕਿ ਆਪਾਂ ਨੂੰ ਜਿਹੜਾ ਰਿਜ਼ਰਵ ਹੈ ਲੋ ਹੀ ਮਿਲੇਗਾ। ਤਾਂ ਸਭ ਤੋਂ ਪਹਿਲਾਂ ਤਾਂ ਏਜ ਇਜ਼ ਅ ਮੋਸਟ ਇੰਪੋਰਟੈਂਟ ਫੈਕਟਰ ਟੂ ਡਿਸਾਈਡ ਕਿ ਵੈਦਰ ਇਸ ਪੇਸ਼ੈਂਟ ਨੂੰ ਰਿਜ਼ਰਵ ਦੀ ਪ੍ਰੋਬਲਮ ਹੈਗੀ ਹੈ ਕਿ ਨਹੀਂ ਹੈਗੀ। ਉਸ ਤੋਂ ਬਾਅਦ ਅਸੀਂ ਅਲਟਰਾਸਾਊਂਡ ਕਰਕੇ ਦੇਖਦੇ ਹੈਗੇ ਹਾਂ। ਅਲਟਰਾਸਾਊਂਡ ਜਿਹੜਾ ਇਹਦੇ ਵਾਸਤੇ ਰਿਕਮੈਂਡਡ ਹੈਗਾ ਉਹ ਹੈਗਾ ਟ੍ਰਾਂਸਵੈਜਾਈਨਲ ਸੋਨੋਗ੍ਰਾਫੀ, ਮਤਲਬ ਇੰਟਰਨਲ ਸਕੈਨ। ਇੰਟਰਨਲ ਸਕੈਨ ਕਰਦੇ ਹੋਏ ਅਸੀਂ ਉਸਦੀ ਓਵਰੀਜ਼ ਦੀ ਜਾਂਚ ਕਰਦੇ ਹਾਂ। ਉਸਦੀ ਓਵਰੀਜ਼ ਦੇ ਵਿੱਚ ਜਿਹੜਾ ਨੰਬਰ ਆਫ ਐਗਸ ਉਹਨੂੰ ਕਾਊਂਟ ਕੀਤਾ ਜਾਂਦਾ ਹੈ। ਵੀ ਕੈਨ ਕਾਊਂਟ ਦਾ ਨੰਬਰ ਆਫ ਐਗਸ ਇਨ ਓਵਰੀਜ਼ ਵਾਈਲ ਡੂਇੰਗ ਦਾ ਸੋਨੋਗ੍ਰਾਫੀ। ਤਾਂ ਜਿੰਨਾ ਉਹਦਾ ਕਾਊਂਟ ਹੈ ਉਸਦੇ ਅਕੋਰਡਿੰਗਲੀ ਉਸਦਾ ਰਿਜ਼ਰਵ ਡਿਸਾਈਡ ਹੁੰਦਾ ਹੈ। ਜਿਵੇਂ ਮੈਂ ਸ਼ੁਰੂ ਵਿੱਚ ਹੀ ਕਿਹਾ, ਜੇ ਉਸਦਾ ਕਾਊਂਟ ਮੋਰ ਦੈਨ 10 ਐਗਸ ਹੈ ਇਨ ਬੋਥ ਦਾ ਓਵਰੀਜ਼ ਐਂਡ ਇਟਸ ਅ ਨਾਰਮਲ ਕਾਊਂਟ, ਪਰ ਜੇ ਇਹ ਐਗ ਕਾਊਂਟ ਲੈਸ ਦੈਨ 10 ਹੈ ਜਾਂ 7 ਤੋਂ ਵੀ ਘੱਟ, ਤਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਲੋ ਓਵੇਰੀਅਨ ਰਿਜ਼ਰਵ। ਇਸ ਤੋਂ ਬਾਅਦ ਇੱਕ ਹੋਰ ਬਹੁਤ ਇੰਪੋਰਟੈਂਟ ਟੈਸਟ ਹੈਗਾ, ਉਹ ਹੈਗਾ ਐਂਟੀ ਮੁਲੇਰੀਅਨ ਹਾਰਮੋਨ, ਜਿਹੜਾ ਇੱਕ ਬਲੱਡ ਟੈਸਟ ਹੈ। ਇਸ ਦੇ ਅਕੋਰਡਿੰਗਲੀ ਅਸੀਂ ਡਿਸਾਈਡ ਕਰ ਸਕਦੇ ਹਾਂ ਪੇਸ਼ੈਂਟ ਦਾ ਕਿ ਜੇ ਇਹਦਾ ਕਾਊਂਟ ਕਾਫੀ ਘੱਟ ਆਉਂਦਾ ਹੈ ਤਾਂ ਇਹਨੂੰ ਲੋ ਓਵੇਰੀਅਨ ਰਿਜ਼ਰਵ ਹੈ। ਇਸ ਦੇ ਕੁਝ ਮੇਜਰਮੈਂਟਸ ਹੁੰਦੀਆਂ ਨੇ, ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗੀ। ਜੇ ਤੁਹਾਡੀ AMH ਦੀ ਵੈਲਿਊ ਜਿਹੜੀ ਨਾਰਮਲ ਹੁੰਦੀ ਹੈਗੀ ਉਹ 2 to 4 ਨੈਨੋਗ੍ਰਾਮ ਪਰ ml ਆਉਂਦੀ ਹੈਗੀ ਹੈ, ਜੇ ਆਪਾਂ ਰਿਪੋਰਟ ਦੇਖਦੇ ਹੈਗੇ ਹਾਂ। ਜੇ 2 to 4 ਆਪਣੀ ਵੈਲਿਊ AMH ਦੀ ਆ ਰਹੀ ਹੈਗੀ ਤਾਂ ਇਹ ਨਾਰਮਲ ਕਾਊਂਟ ਹੈ, ਪਰ ਜੇ ਲੈਸ ਦੈਨ 2 ਹੈ, ਅਰਾਊਂਡ 5 ਸੇ ਲੈਸ ਦੈਨ 1.5 ਹੈ, ਤਾਂ ਆਪਾਂ ਇਹਨੂੰ ਲੋ ਓਵੇਰੀਅਨ ਰਿਜ਼ਰਵ ਪਵਾਂਗੇ। ਅਤੇ ਜਿਹੜੇ ਪੇਸ਼ੈਂਟ ਲੋ ਓਵੇਰੀਅਨ ਰਿਜ਼ਰਵ ਵਾਲੇ ਹੈਗੇ ਹੈ, ਇਸ ਤੋਂ ਬਾਅਦ ਜੇ ਆਪਣਾ AMH ਦਾ ਲੈਵਲ 0.5 ਤੋਂ ਵੀ ਘੱਟ ਆਉਂਦਾ ਹੈਗਾ ਤਾਂ ਇਹ ਸਿਗਨੀਫੀਕੈਂਟਲੀ ਲੋ ਰਿਜ਼ਰਵ ਹੈ। ਬਿਲਕੁਲ ਹੀ ਜਿਵੇਂ ਆਪਾਂ ਕਹਿ ਲਓ ਕਿ ਬਹੁਤ ਜ਼ਿਆਦਾ ਅੰਡੇ ਦੀ ਘਾਟ ਹੋ ਚੁੱਕੀ ਹੈਗੀ ਹੈ, ਜਿਸ ਕਰਕੇ ਆਪਾਂ ਨੂੰ ਪ੍ਰੈਗਨੈਂਸੀ ਹੋਣ 'ਚ ਦਿੱਕਤ ਕਾਫੀ ਹੱਦ ਤੱਕ ਆ ਸਕਦੀ ਹੈਗੀ ਹੈ। ਬੇਸਿਕਲੀ ਅੱਜ ਕੱਲ੍ਹ ਦੀ ਜਿਹੜੀ ਲਾਈਫ ਹੈ ਬਹੁਤ ਹੀ ਫਾਸਟ ਲਾਈਫ ਹੈ। ਜਿਵੇਂ ਮੈਂ ਦੱਸਿਆ, ਮਤਲਬ ਜਿਹੜੇ ਆਪਾਂ ਫੈਮਿਲੀ ਹੈ, ਮੈਰਿਜ ਡਿਲੇ ਹੋ ਰਹੀ ਹੈ, ਡਿਲੇ ਫੈਮਿਲੀ ਪਲੈਨਿੰਗ ਹੋ ਰਹੀ ਹੈ, ਉਸ ਕਰਕੇ ਆਪਾਂ ਨੂੰ ਇਹ ਚੀਜ਼ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਆਪਣਾ ਰਿਜ਼ਰਵ ਕੈਸਾ ਹੈ।
ਹੁਣ ਜਿਹੜਾ ਸਾਡਾ ਟ੍ਰੀਟਮੈਂਟ ਹੈਗਾ ਉਹ ਡਿਪੈਂਡ ਕਰਦਾ ਹੈਗਾ ਕਿ ਪੇਸ਼ੈਂਟ ਦੀ ਏਜ ਕਿੰਨੀ ਹੈਗੀ ਹੈ, ਉਸਨੇ ਮੈਰਿਡ ਲਾਈਫ ਕਿੰਨੇ ਸਾਲ ਦੀ ਹੋ ਗਈ ਹੈਗੀ ਹੈ, ਤੇ ਕਦੋਂ ਤੋਂ ਟਰਾਈ ਕਰ ਰਿਹਾ ਹੈਗਾ। ਤੇ ਬਾਕੀ ਜਿਹੜਾ ਮੇਨ ਇੰਪੋਰਟੈਂਟ ਟੈਸਟ ਹੈ, ਮੈਂ ਦੱਸਿਆ ਜਿਵੇਂ AMH ਹੈ, ਜੇ ਕਿਸੇ ਪੇਸ਼ੈਂਟ ਦਾ AMH 0.5 ਤੋਂ ਘੱਟ ਆਂਦਾ ਹੈਗਾ ਤਾਂ ਐਸੇ ਪੇਸ਼ੈਂਟ ਨੂੰ ਮਤਲਬ ਐਗ ਦੀ ਘਾਟ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ। ਐਸੇ ਕੇਸ ਦੇ ਵਿੱਚ ਪੇਸ਼ੈਂਟ ਦੀ ਕਾਉਂਸਲਿੰਗ ਦੀ ਬਹੁਤ ਲੋੜ ਹੁੰਦੀ ਹੈਗੀ ਹੈ, ਕਿਉਂਕਿ ਉਹ ਖੁਦ ਦੇ ਅੰਡੇ ਤੋਂ ਚਾਂਸ ਪ੍ਰੈਗਨੈਂਸੀ ਹੋਣਾ ਬਹੁਤ ਘੱਟ ਹੈ। ਤਾਂ ਐਸੇ ਪੇਸ਼ੈਂਟ ਨੂੰ ਅਸੀਂ IVF ਦੀ ਸਲਾਹ ਦਿੰਦੇ ਹਾਂ, ਉਹ ਵੀ ਡੋਨਰ ਐਗ ਦੇ ਨਾਲ। ਪਰ ਜੇ ਤੁਹਾਡਾ ਕਾਊਂਟ AMH ਦਾ ਕਾਊਂਟ 0.5 ਤੋਂ 1.5 ਦੇ ਵਿੱਚ ਹੈ, ਯੂ ਆਰ ਇਨ ਅ ਕੈਟੇਗਰੀ ਆਫ ਲੋ ਓਵੇਰੀਅਨ ਰਿਜ਼ਰਵ। ऐसे पेशेंट्स ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਬਿਕੋਜ਼ ਐਸੇ ਪੇਸ਼ੈਂਟਸ ਦਾ ਇਲਾਜ ਸੰਭਵ ਹੈ। ਬਿਕੋਜ਼ ਜੇ ਆਪਾਂ ਦੇਖੀਏ ਨਾਰਮਲੀ ਵੀ ਪ੍ਰੈਗਨੈਂਸੀ ਹੋਣ ਦੇ ਲਈ ਆਪਾਂ ਨੂੰ ਇੱਕੋ ਹੀ ਐਗ ਚਾਹੀਦਾ ਹੁੰਦਾ ਹੈ, ਤੇ ਜਿਹੜੇ ਪੇਸ਼ੈਂਟਸ ਨੂੰ ਨਾਰਮਲੀ ਸਾਈਕਲ ਠੀਕ ਆ ਰਹੇ ਹਨ ਤੇ ਉਸਦਾ ਰਿਜ਼ਰਵ ਠੀਕ ਹੈ ਤੇ ਖਾਸ ਕਰ ਉਸਦੀ ਏਜ ਵੀ ਠੀਕ ਹੈ ਤੇ ਟਰਾਈ ਕਰਦੇ ਨੂੰ ਬਹੁਤ ਜ਼ਿਆਦਾ ਸਮੇਂ ਵੀ ਨਹੀਂ ਹੋਇਆ, ਤਾਂ ਐਸੇ ਪੇਸ਼ੈਂਟਸ ਨਾਰਮਲੀ ਵੀ ਟਰਾਈ ਕਰ ਸਕਦੇ ਹਨ। ਪਰ ਅਸੀਂ ਕੁਝ ਸਪਲੀਮੈਂਟਸ ਦਿੰਦੇ ਹਾਂ, ਕੁਝ ਮੈਡੀਸਿਨਸ ਦਿੰਦੇ ਹਾਂ ਤਾਂ ਕਿ ਐਗ ਦੀ ਕੁਆਲਿਟੀ ਤੇ ਕੁਆਂਟੀਟੀ ਬੈਟਰ ਕੀਤੀ ਜਾ ਸਕੇ। ਪਰ ਉਸ ਤੋਂ ਬਾਅਦ ਜੇ ਆਪਾਂ ਨੂੰ ਲੱਗਦਾ ਕਿ ਹਾਂਜੀ ਆਪਾਂ ਨੂੰ 2-3 ਮਹੀਨੇ ਜਾਂ 6 ਮਹੀਨੇ ਤੋਂ ਜ਼ਿਆਦਾ ਸਮੇਂ ਹੋ ਗਿਆ ਟਰਾਈ ਕਰਦੇ ਨੂੰ, ਪ੍ਰੈਗਨੈਂਸੀ ਨਹੀਂ ਹੋ ਰਹੀ, ਫਿਰ ਅਸੀਂ ਅੰਡਾ ਬਣਨ ਦੀ ਦਵਾਈਆਂ ਪਲੱਸ IUI ਕੀਤਾ ਜਾਂਦਾ ਹੈਗਾ, ਉਹ ਵੀ 3 ਸਾਈਕਲਸ ਓਨਲੀ। ਐਵੇਂ ਨਹੀਂ ਕਿ ਆਪਾਂ ਆਪਣੇ ਕੋਲ ਬੇਸਿਕਲੀ ਸਮਝਣ ਦੀ ਗੱਲ ਇਹ ਹੈ ਕਿ ਆਪਣੇ ਕੋਲ ਲੋ ਓਵੇਰੀਅਨ ਰਿਜ਼ਰਵ ਦਾ ਜੇ ਪੇਸ਼ੈਂਟ ਹੈ ਤਾਂ ਉਸਦਾ ਨੰਬਰ ਆਫ ਐਗਸ ਬਹੁਤ ਹੀ ਲਿਮਿਟਿਡ ਹੈ। ਜਿਵੇਂ ਆਪਾਂ ਬੈਂਕ 'ਚ ਪੈਸੇ ਰੱਖੇ ਹੁੰਦੇ ਹੈਗੇ, ਜੇ ਮੇਰੇ ਕੋਲ ਥੋੜ੍ਹੇ ਪੈਸੇ ਹੈ ਤਾਂ ਮੈਂ ਉਹਨੂੰ ਬਹੁਤ ਹੀ ਸੋਚ ਸਮਝ ਕੇ ਯੂਜ਼ ਕਰੂੰਗੀ। ਐਵੇਂ ਹੀ ਜੇ ਮੇਰੇ ਕੋਲ ਪੇਸ਼ੈਂਟ ਲੋ ਓਵੇਰੀਅਨ ਰਿਜ਼ਰਵ ਦਾ ਹੈਗਾ ਤਾਂ ਉਸਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਟਾਈਮਲੀ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ, ਬਿਕੋਜ਼ ਜਿਹੜਾ ਇਹ ਐਗ ਲੋਸ ਹੈ ਇਹ ਡੇ ਬਾਈ ਡੇ ਕੰਟੀਨਿਊਸਲੀ ਪ੍ਰੋਸੈਸ ਹੋ ਰਹੀ ਹੈ। ਤੇ ਆਪਾਂ ਨੂੰ ਐਵੇਂ ਨਾ ਕਿ ਆਪਾਂ ਇਲਾਜ ਕਰਾਉਂਦੇ ਰਹੀਏ ਤੇ ਆਪਾਂ ਨੂੰ ਰਿਜ਼ਲਟ ਨਾ ਮਿਲੇ ਤੇ ਫਿਰ ਆਪਣਾ ਉਹ ਵੀ ਐਗ ਲੋਸ ਬਿਲਕੁਲ ਖਤਮ ਹੀ ਹੋ ਜੇ। ਤਾਂ ਇਸ ਲਈ ਟਾਈਮਲੀ ਮੈਨੇਜਮੈਂਟ ਮਤਲਬ ਕਿ ਪਹਿਲਾਂ ਆਪਾਂ ਟ੍ਰੀਟਮੈਂਟ ਦੇ ਡਿਊਰੇਸ਼ਨਸ ਬਣਾ ਕੇ ਕਿ 3 ਸਾਈਕਲਸ ਨੈਚੁਰਲ ਕਰ ਲਓ, 3 ਸਾਈਕਲਸ IUI ਕਰ ਲਓ, ਪਰ ਜੇ ਫਿਰ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲ ਰਿਹਾ ਵੀ ਸ਼ੁੱਡ ਗੋ ਟੂ IVF, ਬਿਕੋਜ਼ ਐਸੇ ਪੇਸ਼ੈਂਟਸ ਦਾ ਅਸੀਂ IVF ਦੇ ਵਿੱਚ ਸੈਲਫ ਐਗ ਮਤਲਬ ਖੁਦ ਦਾ ਐਗ ਲੈ ਕੇ ਵੀ ਟ੍ਰੀਟਮੈਂਟ ਕਰ ਸਕਦੇ ਹਨ। ਪਰ ਜੇ ਆਪਾਂ IVF ਵਿੱਚ ਬਹੁਤ ਦੇਰ ਹੀ ਕਰ ਦਾਂਗੇ ਕਿ ਹਾਂਜੀ ਮਹਿੰਗਾ ਇਲਾਜ ਹੈ, ਹਜੇ ਨਹੀਂ ਕਰਵਾਉਣਾ ਕਿ ਰਿਜ਼ਲਟ ਨਹੀਂ ਮਿਲੇਗਾ, ਤਾਂ ਬਾਏ ਦ ਟਾਈਮ ਤੁਸੀਂ ਜੋ ਨੈਕਸਟ 1 or 2 ਇਅਰਸ ਬਾਅਦ ਪਲਾਨ ਕਰੋਗੇ IVF ਬਾਰੇ, ਉਦੋਂ ਤੱਕ ਖੁਦ ਦੇ ਅੰਡੇ ਕਾਫੀ ਲੂਜ਼ ਹੋ ਚੁੱਕੇ ਹੁੰਦੇ ਤੇ ਆਪਾਂ ਫਿਰ ਉਹਦਾ ਡੋਨਰ ਐਗ ਵੀ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਕੁਝ ਦਵਾਈਆਂ ਐਸੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਦੇਖ ਸਕਦੇ ਹੈਗੇ ਕਿ ਐਗ ਕਾਊਂਟ ਥੋੜ੍ਹਾ ਜਿਹਾ ਇੰਪਰੂਵ ਹੋ ਸਕਦਾ ਹੈ, ਜਾਂ ਐਗ ਕਾਊਂਟ ਨਹੀਂ ਜਾਂ ਕੁਆਲਿਟੀ ਇੰਪਰੂਵ ਹੋ ਸਕਦੀ ਹੈ। ਜਿਵੇਂ ਕਿ ਕੁਝ ਮਲਟੀ ਮਿਨਰਲਸ ਆਉਂਦੇ ਨੇ, ਐਂਟੀਆਕਸੀਡੈਂਟਸ ਆਉਂਦੇ ਨੇ। ਇੱਕ ਬਹੁਤ ਵਧੀਆ ਡਰੱਗ ਹੈਗੀ ਹੈ ਜਿਵੇਂ ਇਟ ਇਜ਼ ਡਾਈਹਾਈਡਰੋ ਐਪੀਐਂਡੋਸਟੇਰੋਨ। ਅਸੀਂ ਇਹ ਪੇਸ਼ੈਂਟਸ ਨੂੰ ਜਨਰਲੀ ਜਿਹੜੇ ਪੇਸ਼ੈਂਟ ਸਾਡੇ ਕੋਲ ਲੋ ਓਵੇਰੀਅਨ ਰਿਜ਼ਰਵ ਦੇ ਆਉਂਦੇ ਇਹਨਾਂ ਨੂੰ ਦਿੰਦੇ ਹੈਗੇ ਆ। ਇਹਦੀ ਡੋਜ਼ 75 mg ਪਰ ਡੇ ਹੁੰਦੀ ਹੈਗੀ, ਐਟਲੀਸਟ 3 ਮੰਥਸ ਖਿਲਾਉਂਦੇ ਹੈਗੇ ਆ। ਇਸ ਦੇ ਨਾਲ ਕਈ ਪੇਸ਼ੈਂਟਸ ਦਾ ਰਿਜ਼ਰਵ ਮੈਂ ਕਹਾਂ ਨਾਰਮਲ ਹੋ ਜਾਏ, ਉਹ ਚੀਜ਼ ਕਦੇ ਵੀ ਨਹੀਂ ਹੁੰਦੀ, ਪਰ ਹਾਂ ਐਸੇ ਪੇਸ਼ੈਂਟਸ ਡਿਊਰਿੰਗ ਟ੍ਰੀਟਮੈਂਟ ਜੇ ਕਨਸੀਵ ਕਰ ਜਾਂਦੇ ਹਨ, ਵੈਦਰ IUI ਜਾਂ ਅਸੀਂ ਉਹਨਾਂ ਨਾਲ IVF ਵੀ ਕਰਦੇ ਹਾਂ, ਤਾਂ ਕੁਆਲਿਟੀ ਆਫ ਐਗ ਬੈਟਰ ਹੁੰਦੀ ਹੈ, ਜਿਸ ਦੇ ਕਰਕੇ ਚਾਂਸ ਆਫ ਪ੍ਰੈਗਨੈਂਸੀ ਵੀ ਜ਼ਿਆਦਾ ਹੁੰਦਾ ਹੈਗਾ ਤੇ ਚਾਂਸ ਆਫ ਗੈਟਿੰਗ ਅਬੋਰਸ਼ਨ ਬਹੁਤ ਘੱਟ ਜਾਂਦਾ ਹੁੰਦਾ ਹੈਗਾ। ਤਾਂ ਮਤਲਬ ਇਹਨਾਂ ਕੁਛ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਇਹ ਓਵੇਰੀਅਨ ਰਿਜ਼ਰਵ ਦਾ ਮੈਨੇਜਮੈਂਟ ਜੇ ਆਪਾਂ ਟਾਈਮਲੀ ਕਰ ਲਈਏ ਤਾਂ ਕਾਫੀ ਹੱਦ ਤੱਕ ਆਪਾਂ ਨੂੰ ਸਕਸੈਸਫੁਲ ਟ੍ਰੀਟਮੈਂਟ ਮਿਲ ਸਕਦਾ ਹੈ ਤੇ ਪ੍ਰੈਗਨੈਂਸੀ ਵੀ ਹੋ ਸਕਦੀ ਹੈਗੀ ਤੇ ਚਾਂਸ ਆਫ ਅਬੋਰਸ਼ਨ ਵੀ ਕਾਫੀ ਹੱਦ ਤੱਕ ਘੱਟ ਸਕਦਾ ਹੈਗਾ। ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਇਸ ਦਾ ਟ੍ਰੀਟਮੈਂਟ ਜੇਕਰ ਜਲਦੀ ਡਾਇਗਨੋਸ ਹੋ ਜਾਏ ਤਾਂ ਹੈ। ਬਿਲਕੁਲ ਹੈ। ਇਸ ਤੋਂ ਇਲਾਵਾ ਮੈਂ ਇੱਕ ਹੋਰ ਵੀ ਗੱਲ ਕਹਿਣਾ ਚਾਹੂੰਗੀ, ਕਈ ਪੇਸ਼ੈਂਟ ਸਾਡੇ ਕੋਲ ਇੱਦਾਂ ਦੇ ਵੀ ਆਉਂਦੇ ਨੇ ਜਿਹਨਾਂ ਦੀ ਹਜੇ ਏਜ 25-30 ਹੈਗੀ ਹੈ, ਉਹਨਾਂ ਨੂੰ ਆਲਰੇਡੀ ਪੀਰੀਅਡਸ ਆਉਣੇ ਬੰਦ ਹੋ ਗਏ ਹੈ। ਤਾਂ ਐਸੇ ਪੇਸ਼ੈਂਟਸ ਦੇ ਵਿੱਚ ਜਦੋਂ ਅਸੀਂ ਡਾਇਗਨੋਸ ਕਰਦੇ ਹੈਗੇ ਆ ਤਾਂ ਇਹਨਾਂ ਦੇ ਵਿੱਚ ਅੰਡੇਦਾਨੀ 'ਚ ਅੰਡੇ ਬਿਲਕੁਲ ਖਤਮ ਹੋ ਚੁੱਕੇ ਹਨ। ਜੇ ਆਪਾਂ ਨੇ ਪ੍ਰੈਗਨੈਂਸੀ ਹਜੇ ਪਲਾਨ ਕਰਨੀ ਹੈਗੀ ਫਿਰ ਤਾਂ ਐਸੇ ਪੇਸ਼ੈਂਟ ਦਾ ਇਲਾਜ IVF ਡੋਨਰ ਐਗ ਹੀ ਹੈ। ਤੇ ਜੇ ਆਪਾਂ ਪ੍ਰੈਗਨੈਂਸੀ ਹਜੇ ਪਲਾਨ ਨਹੀਂ ਵੀ ਕਰਨੀ ਪਰ ਫਿਰ ਵੀ ਤੁਹਾਨੂੰ ਪੀਰੀਅਡਸ ਰੈਗੂਲਰ ਆਉਣੇ ਬਹੁਤ ਜ਼ਰੂਰੀ ਹੈ, ਬਿਕੋਜ਼ 25 ਇਜ਼ ਨਾਟ ਦਾ ਏਜ ਟੂ ਗੈਟ ਮੀਨੋਪੌਜ਼, ਬਿਕੋਜ਼ ਜੇ ਇੰਨੀ ਛੋਟੀ ਉਮਰ 'ਚ ਮੀਨੋਪੌਜ਼ ਹੋ ਰਿਹਾ ਹੈ ਤਾਂ ਉਸ ਦੇ ਨਾਲ ਆਪਾਂ ਨੂੰ ਜਿਹੜੇ ਪ੍ਰੋਬਲਮਸ ਹੈਗੀਆਂ ਜਿਵੇਂ ਬੋਨ ਹੈਲਥ ਹੋ ਗਈ, ਹਾਰਟ ਪ੍ਰੋਬਲਮਸ ਹੋ ਗਈਆਂ, ਹੋਰ ਕਾਫੀ ਸਾਰੇ ਪ੍ਰੋਬਲਮਸ ਹੋ ਸਕਦੀਆਂ। ਤੇ ਇਸ ਦੇ ਕਰਕੇ ਆਪਾਂ ਨੂੰ ਰੈਗੂਲਰ ਹਾਰਮੋਨ ਥੈਰੇਪੀ ਜ਼ਰੂਰ ਲੈਣੀ ਚਾਹੀਦੀ ਹੈਗੀ ਹੈ। ਤੇ ਇਟਸ ਬੈਟਰ ਇਫ ਯੂ ਫਾਈਂਡ ਕਿ ਤੁਹਾਨੂੰ ਕੋਈ ਵੀ ਰਿਲੇਟਿਡ ਪ੍ਰੋਬਲਮਸ ਹੈਗੀ ਹੈ, ਤੁਹਾਨੂੰ ਲੱਗ ਰਿਹਾ ਕਿ ਮੀਨੋਪੌਜ਼ ਦੇ ਸਿੰਪਟਮਸ ਸ਼ੁਰੂ ਹੋ ਗਏ ਆ, ਯੂ ਸ਼ੁੱਡ ਕੰਸਲਟ ਯੂਰ ਡਾਕਟਰ ਐਂਡ ਯੂ ਕੈਨ ਪਲਾਨ ਯੂਰ ਟ੍ਰੀਟਮੈਂਟ ਅਕੋਰਡਿੰਗਲੀ। ਬੇਸਿਕਲੀ ਮੈਂ ਡਾਕਟਰ ਪ੍ਰੀਤੀ ਜਿੰਦਲ, ਮੈਂ ਪਟਿਆਲਾ ਵਿੱਚ ਅਮਰ ਹਸਪੀਟਲ ਦੇ ਵਿੱਚ ਐਜ਼ ਅ ਕੰਸਲਟੈਂਟ ਗਾਇਨੋਕੋਲੋਜਿਸਟ ਐਂਡ IVF ਸਪੈਸ਼ਲਿਸਟ ਬਤੌਰ ਕੰਮ ਕਰ ਰਹੀ ਹਾਂ। ਉੱਥੇ ਮੈਂ ਡੇਲੀ 10 to 3 PM ਅਵੇਲੇਬਲ ਹਾਂ OPD ਆਵਰਸ ਵਿੱਚ। ਉਸ ਤੋਂ ਬਾਅਦ ਐਵਰੀ ਵੈਨਸਡੇ ਅਸੀਂ ਸੰਗਰੂਰ ਅਵੇਲੇਬਲ ਹੈਗੇ ਹਾਂ, 3 to 4 ਐਟ ਸਾਈ ਮੈਡੀਕੋਜ਼ ਨੀਅਰ BSNL ਪਾਰਕ ਐਂਡ 4 to 6 ਐਟ ਗੋਇਲ ਕਲੀਨਿਕ ਇਨ ਫਰੰਟ ਆਫ ਦਾ ਸਿਵਲ ਹਸਪੀਟਲ ਸੰਗਰੂਰ। ਐਂਡ ਇਸ ਤੋਂ ਇਲਾਵਾ ਤੁਹਾਨੂੰ ਜੇ ਕੋਈ ਵੀ ਪ੍ਰੋਬਲਮ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ ਰਿਲੇਟਿਡ ਟੂ ਯੋਰ ਇਨਫਰਟੀਲਿਟੀ ਪ੍ਰੋਬਲਮ ਹੈਗੀ ਹੈ ਜਾਂ ਤੁਹਾਨੂੰ ਟਿਊਬਸ ਵਿੱਚ ਪ੍ਰੋਬਲਮ ਹੈਗੀ ਹੈ, ਤੁਹਾਨੂੰ ਹੋਰ ਗਾਇਨੋਕੋਲੋਜੀਕਲ ਪ੍ਰੋਬਲਮ ਹੈਗੀ ਹੈ, ਯੂ ਕੈਨ ਕੰਸਲਟ ਮੀ ਐਟ ਦਾ ਗਿਵਨ ਐਡਰੈਸ।